स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਇੱਕ ਖਾਸ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇੱਕ ਅਜਿਹੀ ਵਿਚਾਰ ਚਰਚਾ ਜਿਸ ਦਾ ਤਾਲੁਕ ਮੇਰੀ ਜ਼ਿੰਦਗੀ ਨਾਲ, ਤੁਹਾਡੀ ਜ਼ਿੰਦਗੀ ਨਾਲ, ਸਾਡੇ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ। ਕੇਂਦਰ ਸਰਕਾਰ ਨੇ ਇੱਕ ਅਮੈਂਡਮੈਂਟ ਕੀਤੀ ਹੈ, ਤਲਾਕ ਦੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਅਮੈਂਡਮੈਂਟ ਕਾਨੂੰਨ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕਿਸੇ ਦਾ ਤਲਾਕ ਹੋ ਜਾਂਦਾ ਤਾਂ ਉਸ ਦੀ ਪਤਨੀ ਨੂੰ पति की पुश्तैनी जायदाद दे विचों पूरा हिस्सा मिलेगा, यानी कि अद्धा हिस्सा उसनों दिता जाएगा उसकी पत्नी नूं। किन्ना कु वाजिब है, किन्ना कु सही है और प्रैक्टिकल तौर पर किन्ना कु लागू हो पाएगा, इस बारे गलबात करने के लिए साडा खास मेहमान भी जुड़े हुए हैं, उन्होंने गलबात भी करांगे। पर एक नज़र पा लैंदे आ इस पूरे मामले के उत्ते, क्योंकि इस मामले के उत्ते कुछ किंतु परंतु भी उठ रहे, कुछ संगठन ऐसे सामने आए हैं जो कहते हैं कि अजिहा बिल्कुल नहीं होना चाहिए क्योंकि ये सरासर धक्का हक नहीं। ਵਿਆਹ ਸੰਬੰਧਾਂ ਦੇ ਵਿੱਚ ਕਿਸੇ ਕਾਰਨਾਂ ਕਰਕੇ ਆਈ ਖਟਾਸ ਮਗਰੋਂ ਨੌਬਤ ਜਦੋਂ ਤਲਾਕ ਤੱਕ ਪਹੁੰਚ ਜਾਏ ਤਾਂ ਤਲਾਕ ਪਿੱਛੋਂ ਪਤਨੀ ਨੂੰ ਉਸਦੇ ਪਤੀ ਦੀ ਜੱਦੀ ਜਾਇਦਾਦ ਦੇ ਵਿੱਚੋਂ ਪੜਦਾ ਹੱਕ ਦੇਣ ਲਈ ਕੇਂਦਰੀ ਕੈਬਨਿਟ ਵੱਲੋਂ ਦਿੱਤੀ ਗਈ ਮਨਜ਼ੂਰੀ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਕੁਝ ਵਰਗਾਂ ਵੱਲੋਂ ਖਾਸ ਤੌਰ ਤੇ ਔਰਤ ਵਰਗ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ, ਜਦਕਿ ਕੁਝ ਵਰਗਾਂ ਵੱਲੋਂ ਇਸ ਨੂੰ ਗਲਤ ਕਰਾਰ ਦਿੱਤਾ ਗਿਆ ਅਤੇ ਇਸ ਫੈਸਲੇ ਦਾ ਮਿਸਯੂਜ਼ ਹੋਣ ਦਾ ਅੰਦੇਸ਼ਾ ਵੀ ਪ੍ਰਗਟਾਇਆ ਗਿਆ। ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਵੱਲੋਂ ਕੇਂਦਰ ਦੇ ਇਸ ਫੈਸਲੇ ਦੀ ਮੁਖਾਲਫਤ ਕੀਤੀ ਜਾ ਰਹੀ ਹੈ। ਬੋਰਡ ਦੇ ਆਗੂ ਨੇ ਸਾਫ਼ ਕਿਹਾ ਕਿ ਕੇਂਦਰੀ ਹਕੂਮਤ ਦੇ ਇਸ ਫੈਸਲੇ ਨੂੰ ਕਿਸੇ ਵੀ ਸੂਰਤ ਵਿੱਚ ਮੁਸਲਿਮ ਸਮਾਜ ਉਤੇ ਲਾਗੂ ਹੋਣ ਨਹੀਂ ਦਿੱਤਾ ਜਾਏਗਾ ਅਤੇ ਬੋਰਡ ਇਸ ਫੈਸਲੇ ਦੇ ਖਿਲਾਫ ਲਖਨਊ ਦੇ ਵਿੱਚ ਐਮਰਜੈਂਸੀ ਮੀਟਿੰਗ ਸੱਦਣ ਜਾ ਰਿਹਾ ਹੈ, ਜਿਸ ਮਗਰੋਂ ਇਸ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਲਈ ਵਿਚਾਰ ਵਟਾਂਦਰਾ ਕੀਤਾ ਜਾਏਗਾ। ਨਾ ਸਿਰਫ ਮੁਸਲਿਮ ਭਾਈਚਾਰਾ ਬਲਕਿ ਹਿੰਦੂ ਸਮਾਜ ਦੀ ਨਾਮਵਰ ਸੰਸਥਾ ਸ਼੍ਰੀ ਜੋਤਿਸ਼ਪੀਠ ਸ਼ੰਕਰਾਚਾਰਿਆ ਸੇਵਕ ਮੰਡਲ ਦੀ ਪੰਜਾਬ ਸ਼ਾਖਾ ਨੇ ਵੀ ਇਸ ਫੈਸਲੇ ਨੂੰ ਮੰਦਭਾਗਾ करार ਦਿੱਤਾ है। ऐसी ऐसी तजवीज़ें हमारे मुल्क में आ रही हैं कि ताज्जुब होता है कि हमारा जो दानिश्वर तबका है, जो सोचने वाला समझने वाला तबका है, उसको क्या हो रहा है, आखिर वो क्यों नहीं देख रहा है। हम तो इस तजवीज़ के जो कैबिनेट ने पास किए सख्त मुखालिफ हैं। ਜਿਹੜੀ ਨੂੰਹ ਪੋਤੇ ਹੁੰਦੇ ਨੇ ਸਾਰੀ ਦੀ ਸਾਰੀ ਜਾਇਦਾਦ ਉਹਨਾਂ ਦੀ ਹੀ ਹੁੰਦੀ, ਉਹਦੇ ਵਿੱਚ ਕੋਈ ਕਿਸੇ ਦਾ ਵੀ ਸੰਬੰਧ ਨਹੀਂ ਹੁੰਦਾ। ਔਰ ਅਗਰ ਇਦਾਂ ਦੀ ਗੱਲ ਪੈਦਾ ਹੋ ਜਾਏਗੀ ਤਾਂ ਜੋ ਤਲਾਕ ਦੇ ਕੰਮ ਨੇ ਹੋਰ ਵੱਧ ਜਾਣਗੇ। ਭਾਵੇਂ ਕਿ ਹਿੰਦੂ ਅਤੇ ਮੁਸਲਿਮ ਸੰਗਠਨਾਂ ਨੇ ਕੇਂਦਰੀ ਕੈਬਨਿਟ ਵੱਲੋਂ ਵਿਆਹ ਕਾਨੂੰਨ ਦੇ ਵਿੱਚ ਕੀਤੀ ਗਈ ਸੋਧ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜੇ ਆਗੂਆਂ ਅਤੇ ਔਰਤਾਂ ਨੇ ਇਸ ਫੈਸਲੇ ਨੂੰ ਖਿੜੇ ਮੱਥੀ ਸਵੀਕਾਰ ਕਰਨ ਦੀ ਗੱਲ ਕਹੀ ਹੈ। ਬਹੁਤ ਹੀ ਕਾਬਿਲੇ ਤਾਰੀਫ ਕਦਮ ਹੈ ਕਿਉਂਕਿ ਇਸ ਦੇ ਨਾਲ ਔਰਤਾਂ ਦੇ ਵਿੱਚ ਜਿਹੜੀ ਹੈ ਆਤਮ ਵਿਸ਼ਵਾਸ ਵਧੇਗਾ ਤੇ ਉਹਨਾਂ ਦੇ ਵਿੱਚ ਉਹਨਾਂ ਦਾ ਇਹਤਰਾਮ ਜ਼ਿਆਦਾ ਹੋਵੇਗਾ ਤੇ ਤਲਾਕ ਦੀਆਂ ਜਿਹੜੀਆਂ ਜ਼ਿਆਦਾ ਹੁੰਦੇ ਸੀਗੇ ਕੇਸਿਸ ਉਹ ਘਟਣਗੇ। ਮੈਂ ਇਸ ਨਾਲ ਬਹੁਤ ਸਹਿਮਤ ਹਾਂ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਜਿਹੜੇ ਔਰਤਾਂ ਦੇ ਹੱਕ ਨੇ ਦਬੇ ਜਾਂਦੇ ਨੇ। ਵਿਚਾਰੀਆਂ ਔਰਤਾਂ ਨੂੰ ਡਿਵੋਰਸ ਤੋਂ ਬਾਅਦ ਘਰ ਘਰ ਧੱਕੇ ਖਾਣਾ ਪੈਂਦਾ, ਮਾਂ-ਬਾਪ ਵੀ ਉਹਦੀ ਹੈਲਪ ਨਹੀਂ ਕਰਦੇ, ਭਾਈ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਰੱਖ ਪਾਉਂਦੇ। ਇਹ ਬਹੁਤ ਵਧੀਆ ਗੱਲ ਹੈ ਕਿ ਭਾਰਤ ਸਰਕਾਰ ਨੇ ਇਸ ਤਰ੍ਹਾਂ ਦਾ ਕੰਮ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਫੈਸਲੇ ਦਾ ਸਮਰਥਨ ਕਰਦਿਆਂ ਔਰਤ ਨੂੰ ਜੱਦੀ ਜਾਇਦਾਦ ਦੇ ਵਿੱਚ ਪਤੀ ਦੇ ਬਰਾਬਰ ਦਾ ਹੱਕਦਾਰ ਦੱਸਿਆ। ਮੈਂ ਸਮਝਦੀ ਹਾਂ ਕਿ ਜਦ ਤੁਸੀਂ ਵਿਆਹ ਦੇ ਰਿਸ਼ਤੇ ਵਿੱਚ ਪੈਂਦੇ ਹੋ, ਆਦਮੀ ਤੇ ਔਰਤ ਦੀ ਬਰਾਬਰ ਦੀ ਜ਼ਿੰਮੇਵਾਰੀਆਂ ਹੁੰਦੀਆਂ ਨੇ। ਜੇ ਆਦਮੀ ਕੋਈ ਜ਼ਿੰਮੇਵਾਰੀ ਚੱਕਦਾ ਹੈ, ਔਰਤ ਦੀ ਦੂਜੀ ਜ਼ਿੰਮੇਵਾਰੀਆਂ ਹੁੰਦੀਆਂ ਨੇ। ਤੇ ਜੇ ਤਲਾਕ ਹੁੰਦਾ ਹੈ ਤਾਂ ਜ਼ਰੂਰ ਜਿਹੜੀ ਔਰਤ ਨੇ ਆਪਣੇ ਇੰਨੇ ਜੀਵਨ ਦੇ ਇੰਨੇ ਸਾਲ ਉਸ ਪਰਿਵਾਰ ਨੂੰ ਅੱਗੇ ਲਿਜਾਣ ਵਾਸਤੇ ਆਦਮੀ ਦੀ ਸੇਵਾ ਕੀਤੀ, ਬੱਚਿਆਂ ਦੀ ਸੇਵਾ ਕੀਤੀ, ਘਰ ਦੀ ਸੇਵਾ ਕੀਤੀ, ਉਸ ਘਰ ਦੀ ਕਮਾਈ ਵਿੱਚ ਵੀ ਉਹਦਾ ਪੂਰਾ ਹੱਕ ਬਣਦਾ ਹੈ। ਦੱਸ ਦਈਏ ਕਿ ਨਵੀਆਂ ਸੋਧਾਂ ਦੇ ਵਿੱਚ ਕੈਬਨਿਟ ਵੱਲੋਂ ਆਮ ਸਹਿਮਤੀ ਨਾਲ ਦਿੱਤੀ ਗਈ ਮਨਜ਼ੂਰੀ ਦੇ ਵਿੱਚ ਇਸ ਗੱਲ ਦੀ ਸਿਫਾਰਿਸ਼ ਕੀਤੀ ਗਈ ਹੈ ਕਿ ਤਲਾਕ ਮਗਰੋਂ ਔਰਤਾਂ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਆਪਣੇ ਪਤੀ ਦੀ ਜੱਦੀ ਪੁਸ਼ਤੀ ਜਾਇਦਾਦ ਦੇ ਵਿੱਚੋਂ ਹੱਕ ਮਿਲੇਗਾ ਜਿਨ੍ਹਾਂ ਦੀ ਤਲਾਕ ਮਿਲਣ ਤੋਂ ਬਾਅਦ ਮਾਲੀ ਹਾਲਤ ਸੁਧਰਨ ਦੀ ਆਸ ਨਾ ਹੋਵੇ। ਨਿਊਜ਼ ਡੈਸਕ ਤੋਂ ਅਨੁਪਮ ਪਾਂਡੇ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼। ਸੋ ਇਸ ਰਿਪੋਰਟ ਦੇ ਵਿੱਚ ਕਾਫੀ ਕੁਝ ਸਾਫ਼ ਹੋ ਗਿਆ ਕਿ ਕਿਸ ਤਰ੍ਹਾਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਕੁਝ ਤਰ੍ਹਾਂ ਹੱਕ ਦੇ ਵਿੱਚ ਨਿਤਰ ਕੇ ਆਈਆਂ ਨੇ। ਹੱਕ ਦੇ ਵਿੱਚ ਨਿਤਰਨ ਵਾਲੀਆਂ ਜ਼ਿਆਦਾ ਔਰਤਾਂ ਨੇ ਕਿ ਉਹਨਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਹੋ ਰਹੀ ਹੈ, ਜੋ ਕੁਝ ਉਹਨਾਂ ਦਾ ਹੱਕ ਬਣਦਾ ਉਹ ਉਹਨਾਂ ਨੂੰ ਮਿਲਣ ਜਾ ਰਿਹਾ। ਔਰ ਸਾਡਾ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੇ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਕਿ ਆਖਰਕਾਰ ਜੇ ਪ੍ਰੈਕਟੀਕਲ ਤੌਰ ਤੇ ਇਹ ਕਿੰਨਾ ਕੁ ਸਹੀ ਹੈ, ਕਿੰਨਾ ਕੁ ਵਾਜਬ ਹੈ ਜੋ ਕੁਝ ਅਮੈਂਡਮੈਂਟ ਕੀਤੀ ਜਾ ਰਹੀ ਹੈ। ਸਾਡੇ ਨਾਲ ਸਭ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੋਢੀ ਜੀ ਮੌਜੂਦ ਨੇ, ਸੋਸ਼ਲ ਐਕਟਿਵਿਸਟ ਨੇ, ਸਮਾਜਿਕ ਕਾਰਜਕਰਤਾ ਨੇ ਔਰ ਕਾਫੀ ਇਸ਼ੂਜ਼ ਤੇ ਅਸੀਂ ਇਹਨਾਂ ਦੀ ਰਾਏ ਲੈਂਦੇ ਰਹਿੰਦੇ ਹਾਂ, ਗੱਲਬਾਤ ਕਰਦੇ ਰਹਿੰਦੇ ਹਾਂ। ਨਾਲ ਹੀ ਸਾਡੇ ਨਾਲ ਸੁਪ੍ਰੀਤ ਕੌਰ ਜੀ ਵੀ ਮੌਜੂਦ ਨੇ, ਸੋਸ਼ਲ ਐਕਟਿਵਿਸਟ ਨੇ, ਇਹ ਵੀ ਕਾਫੀ ਔਰਤਾਂ ਦੇ ਹੱਕਾਂ ਦੀ ਆਵਾਜ਼ ਸਮੇਂ-ਸਮੇਂ ਤੇ ਬੁਲੰਦ ਕਰਦੇ ਰਹਿੰਦੇ ਨੇ। ਔਰ ਨਾਲ ਹੀ ਸਾਡੇ ਨਾਲ ਐਡਵੋਕੇਟ ਕਾਮਨਾ ਵੋਰਾ ਜੀ ਮੌਜੂਦ ਨੇ ਜੋ ਸਾਨੂੰ
ਕਾਨੂੰਨਨ ਤੌਰ ਤੇ ਦੱਸਣਗੇ ਕਿ ਇਹ ਕਿੱਥੇ ਕੁ ਸਟੈਂਡ ਕਰਦੀ ਹੈ ਅਮੈਂਡਮੈਂਟ ਔਰ ਕੀ ਕੁਝ ਇਸ ਦੇ ਵਿੱਚ ਹੋਣਾ ਚਾਹੀਦਾ ਹੈ, ਇਸ ਦੇ ਕੀ ਕੁਝ ਦੂਸਰੇ ਤਰੀਕੇ ਵੀ ਹੋ ਸਕਦੇ ਨੇ, ਯਾਨੀ ਕਿ ਇਸ ਦਾ ਮਿਸਯੂਜ਼ ਵੀ ਕੀਤਾ ਜਾ ਸਕਦਾ ਹੈ। ਇਸ ਬਾਰੇ ਵੀ ਗੱਲਬਾਤ ਕਰਾਂਗੇ। ਇੱਕ ਵਾਰ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਕੀ ਪ੍ਰਸਤਾਵਿਤ ਜਿਹੜੇ ਸੈਂਟਰ ਗਵਰਨਮੈਂਟ ਨੇ ਕੀਤੇ ਨੇ, ਅਮੈਂਡਮੈਂਟ ਕੀਤੀਆਂ ਨੇ, ਉਹ ਕੀ ਨੇ, ਉਹ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਉਣਾ ਚਾਹੁੰਦੇ ਹਾਂ। ਤਲਾਕ ਹੋਣ ਤੇ ਪਤੀ ਦੀ ਜਾਇਦਾਦ ਦੇ ਵਿੱਚੋਂ ਹਿੱਸੇਦਾਰੀ, ਸਭ ਤੋਂ ਵੱਡਾ ਜਿਹੜਾ ਸਵਾਲ ਹੈ ਉਹੀ ਖੜਾ ਕੀਤਾ ਗਿਆ ਕਿ ਤਲਾਕ ਹੋਣ ਤੇ ਪਤੀ ਦੀ ਜਾਇਦਾਦ ਦੇ ਵਿੱਚੋਂ ਜਿਹੜੀ ਉਹ ਹਿੱਸੇਦਾਰੀ ਦਿੱਤੀ ਜਾਏਗੀ। ਪਤੀ ਦੇ ਨਾਂ ਤੇ ਸਾਰੀ ਰਿਹਾਇਸ਼ੀ ਜਾਇਦਾਦ ਜਿਹੜੀ ਹੈ ਉਹ ਅੱਧੀ ਪਤਨੀ ਨੂੰ ਦਿੱਤੀ ਜਾਏਗੀ, ਇਹ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ। ਨਾਲ ਹੀ ਤਲਾਕ ਹੋਣ ਤੇ ਗੋਦ ਲਏ ਬੱਚੇ ਦਾ ਹੱਕ ਕੁੱਖ ਦੇ ਵਿੱਚੋਂ ਪੈਦਾ ਹੋਏ ਬੱਚੇ ਦੇ ਹੱਕ ਦੇ ਬਿਲਕੁਲ ਬਰਾਬਰ ਹੋਏਗਾ। ਔਰ ਕਿੰਨਾ ਕੁ ਇਹ ਸਹੀ ਹੈ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸੁਪ੍ਰੀਤ ਜੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ, ਜੋ ਅਮੈਂਡਮੈਂਟ ਕੀਤੀ ਜਾ ਰਹੀ ਹੈ, ਜੋ ਇਹ ਡਿਮਾਂਡ ਕੀਤੀ ਜਾ ਰਹੀ ਹੈ, ਕਿੰਨੇ ਹੱਕ ਦੇ ਵਿੱਚੋਂ ਤੁਸੀਂ? ਜੀ ਮੈਂ ਬਿਲਕੁਲ ਇਸ ਹੱਕ ਦੇ ਵਿੱਚ ਹੈਗੀ ਹਾਂ ਔਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਗਵਰਨਮੈਂਟ ਔਰਤਾਂ ਵਾਸਤੇ ਔਰ ਕੁੜੀਆਂ ਵਾਸਤੇ ਹੁਣ ਸੋਚ ਰਹੀ ਹੈ ਔਰ ਸੋਚ ਹੀ ਨਹੀਂ ਰਹੀ, ਬਿੱਲ ਅੱਗੇ ਲੈ ਕੇ ਆ ਰਹੀ ਹੈ, ਪ੍ਰਪੋਜ਼ਲ ਦੇ ਰਹੀ ਹੈ, ਜਿਹਦੇ ਨਾਲ ਕਹਿੰਦੇ ਨੇ ਕਿ ਡਿਵੋਰਸ ਰੇਸ਼ੀਓ ਜੇ ਅਸੀਂ ਦੇਖਿਆ ਜਾਏ ਕਿ ਡਿਵੋਰਸ ਰੇਸ਼ੀਓ ਵੱਧ ਜਾਏਗਾ ਜਾਂ ਕੁਝ, ਕੋਈ ਵੀ ਫੈਸਲਾ ਜੋ ਗਵਰਨਮੈਂਟ ਦਾ ਹੁੰਦਾ ਹੈ ਉਹਦੇ ਵਿੱਚ ਹਮੇਸ਼ਾ ਪ੍ਰੋਜ਼ ਐਂਡ ਕੌਨਸ ਹੁੰਦੇ ਨੇ। ਤੁਸੀਂ ਹਰ ਫੈਸਲਾ, ਹਰ ਜੋ ਵੀ ਲਿੱਤਾ ਜਾਂਦਾ ਹੈ ਉਹਨੂੰ, ਕੋਈ ਵੀ ਮੁੱਦਾ ਹੁੰਦਾ ਨਾ ਉਹਦੇ ਪੋਜ਼ਿਟਿਵ ਔਰ ਨੈਗੇਟਿਵ ਹਮੇਸ਼ਾ ਹੁੰਦੇ ਨੇ। ਤੁਸੀਂ ਹਰ ਚੀਜ਼ ਦੇ ਨੈਗੇਟਿਵ ਪਹਿਲੂ ਨਾ ਦੇਖੋ। ਤੁਸੀਂ ਦੇਖੋ ਗਵਰਨਮੈਂਟ ਹੁਣ ਕੁੜੀਆਂ ਨੂੰ ਸਪੋਰਟ ਕਰ ਰਹੀ ਹੈ, ਜਿੱਥੇ ਫੀਮੇਲ ਫੀਟੀਸਾਈਡ ਨੂੰ ਦੇਖਿਆ ਜਾਂਦਾ ਸੀ ਉੱਥੇ ਇੰਡੀਆ 'ਚੋਂ ਬੈਨ ਹੋ ਗਿਆ ਹੈ। ਉਸ ਮੁੱਦੇ ਤੇ ਗਵਰਨਮੈਂਟ ਨੇ ਦੇਖਿਆ। ਹੁਣ ਡਾਊਰੀ ਕੇਸਿਸ ਦੇ ਉਹਨੂੰ ਉਠਾਇਆ ਗਿਆ, ਗਵਰਨਮੈਂਟ ਉਹਨੂੰ ਸਪੋਰਟ ਕਰ ਰਹੀ ਹੈ। ਹੁਣ ਇਹ ਮੁੱਦਾ ਆਇਆ, ਜਿਸ ਜਨਾਨੀ ਨੇ ਵਿਆਹ ਕੀਤਾ, ਸਾਰੀ ਉਮਰ ਦਿੱਤੀ, ਉਹਦੀ ਆਪਣੇ ਹਸਬੈਂਡ ਦੇ ਨਾਲ ਨਹੀਂ ਬਣੀ ਤੇ ਉਹ ਥੋੜੇ ਸਾਲਾਂ ਬਾਅਦ ਕਿੱਥੇ ਜਾਏ? ਉਹਦੇ ਕੋਲ ਕੋਈ ਫਲੈਟ ਨਹੀਂ, ਉਹਦੇ ਕੋਲ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ। ਜੇ ਇਹ ਮੁੱਦੇ ਤੇ ਗਵਰਨਮੈਂਟ ਸਪੋਰਟ ਕਰ ਰਹੀ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਗਵਰਨਮੈਂਟ ਹੈਜ਼ ਫਾਈਨਲੀ ਵੋਕਨ। ਤੁਹਾਨੂੰ ਲੱਗਦਾ ਕਿ ਇਸ ਦਾ ਕੁਝ ਮਿਸਯੂਜ਼ ਵੀ ਹੋ ਸਕਦਾ? ਜੀ ਮਿਸਯੂਜ਼ 1% ਜਾਂ 2% ਹਾਂ ਹੋ ਸਕਦਾ, ਬਟ ਇੱਥੇ ਸਾਡੇ ਕੋਰਟ ਬੈਠੇ ਨੇ, ਇੱਥੇ ਸਾਡੇ ਕੋਈ ਵੀ, ਮੈਂ ਇਨਫੈਕਟ ਇਸ ਮੁੱਦੇ ਤੇ ਮੈਂ ਨਿਊਜ਼ ਬਹੁਤ ਦੇਖੀ, ਮੈਂ ਫੋਲੋ ਕੀਤੀ, ਕਹਿੰਦੇ ਨੇ ਕਿ ਇਹਦੇ ਤੇ ਟਾਈਮ ਪੀਰੀਅਡ ਹੋਣਾ ਚਾਹੀਦਾ ਕਿ ਇੰਨੇ ਸਾਲ ਦੇ ਵਿਆਹ ਤੋਂ ਬਾਅਦ ਇਹ ਲਾਗੂ ਹੋਣਾ ਚਾਹੀਦਾ। ਜੇ 24 ਘੰਟਿਆਂ ਦੇ ਵਿੱਚ ਇੱਕ ਲੇਡੀ chooses to walk out of the marriage ਤੇ applicable ਨਹੀਂ ਹੋਣਾ ਚਾਹੀਦਾ। ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ who will be stupid enough ਕਿ 24 ਘੰਟੇ ਦੇ ਬਾਅਦ she wants to walk out of the marriage, and government ਜਿਹੜਾ ਕੋਰਟ ਹੈਗਾ law ਉਹ ਦੇਖੇਗਾ ਕੁਝ ਮੁੱਦਾ, ਕੁਝ ਸਮਝਣ ਦੀ ਕੋਸ਼ਿਸ਼ ਕਰੇਗਾ ਕਿ there has to be a reason ਕਿ ਕੁੜੀ 24 ਘੰਟੇ ਦੇ ਬਾਅਦ why does she want to move out of the marriage। ਇਹ ਨਹੀਂ ਹੁੰਦਾ ਕਿ ਕੁੜੀ ਨੇ ਇੱਕ ਪ੍ਰਪੋਜ਼ਲ ਦਿੱਤਾ ਤੇ ਗਵਰਨਮੈਂਟ ਉਹਦੇ ਹੱਕ 'ਚ ਫੈਸਲਾ ਕਰਕੇ ਸਾਈਡ ਕਰ ਦੇਗੀ। ਸਾਡਾ ਕੋਰਟ ਹੈ, ਸਾਡੀ ਲਾਅ ਹੈ, ਲਾਅ ਐਂਡ ਆਰਡਰ ਨੇ, ਲੋਕ ਨੇ ਪੜ੍ਹੇ ਲਿਖੇ, ਮੀਡੀਆ ਹੈ, everything looks into it। So I think this is a very very good step taken by the government। ਸੋਨੀ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿੰਨੇ ਹੱਕ ਦੇ ਵਿੱਚੋਂ ਤੁਸੀਂ ਇਹ ਜੋ ਕੁਝ ਵੀ ਅਮੈਂਡਮੈਂਟ ਕੀਤੀ ਜਾ ਰਹੀ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਕਮਜ਼ੋਰ ਵਰਗਾਂ ਵਾਸਤੇ ਕੋਈ ਵੀ ਸਪੋਰਟ ਸਿਸਟਮ ਸਰਕਾਰ ਅਗਰ ਬਣਾਉਂਦੀ ਹੈ, ਚਾਹੇ ਮਿਨੋਰਟੀਜ਼ ਵਾਸਤੇ ਹੈ, SC STs ਵਾਸਤੇ ਹੈ, ਵੂਮਨ ਵਾਸਤੇ ਹੈ, ਚਿਲਡਰਨ ਵਾਸਤੇ ਹੈ, ਇਹ ਬਹੁਤ ਇੱਕ ਵੈਲਕਮ ਸਟੈਪ ਹੁੰਦਾ ਹੈ। ਪਰ ਹਿੰਦੁਸਤਾਨ 'ਚ ਦੇਖਿਆ ਗਿਆ ਹੈ ਕਿ ਜਿਹੜੇ ਵੀ ਅਸੀਂ ਕਾਨੂੰਨ ਬਣਾਏ ਉਹ ਜਿਨ੍ਹਾਂ ਵਾਸਤੇ ਬਣਾਏ ਗਏ ਉਹਨਾਂ ਦੀ ਯੂਸੇਜ 'ਚ ਆਏ ਹੀ ਨਹੀਂ। ਤੁਹਾਨੂੰ ਮੈਂ ਅੰਕੜੇ ਦੇਵਾਂ, ਹਿੰਦੁਸਤਾਨ ਦੇ ਵਿੱਚ ਡਾਈਵੋਰਸ ਰੇਟ ਹੈ 5%, ਜਿਹਦੇ ਚੋਂ 80% ਜਿਹੜੀਆਂ ਮੈਰਿਜਸ ਨੇ ਉਹ 2 ਜਾਂ 3 ਸਾਲ 'ਚ ਫੇਲ ਹੋ ਜਾਂਦੀਆਂ ਨੇ। ਉਹਦਾ ਮੁੱਖ ਕਾਰਨ ਹੈ ਈਗੋ ਪ੍ਰੋਬਲਮ। ਅਸੀਂ ਡੋਰੀ ਕਾਨੂੰਨ ਬਣਾਇਆ, ਡੋਰੀ ਕਾਨੂੰਨ ਦਾ ਰਿਜ਼ਲਟ ਕੀ ਹੋਇਆ? 4.5 ਲੱਖ ਔਰਤ ਜੇਲ੍ਹ 'ਚ ਗਈ। ਤੁਸੀਂ ਦੇਖੋ, ਤੁਸੀਂ ਔਰਤ ਨੂੰ ਪ੍ਰੋਟੈਕਟ ਕਰਨ ਲਈ ਕਾਨੂੰਨ ਬਣਾਇਆ ਸੀ ਤੇ 4.5 ਲੱਖ ਔਰਤ ਨੂੰ ਤੁਸੀਂ ਅੰਦਰ ਵਾੜਤਾ। ਪ੍ਰੋਟੈਕਸ਼ਨ ਕਿੱਥੋਂ ਮਿਲਦੀ? ਫਿਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਇਹਨਾਂ ਨੂੰ ਅੱਧੀ ਰਿਹਾਇਸ਼ੀ ਜਗ੍ਹਾ ਦੇਵਾਂਗੇ। ਹੁਣ ਅੱਧੀ ਰਿਹਾਇਸ਼ੀ ਜਗ੍ਹਾ ਤੁਸੀਂ ਕਿ ਬਿਲਡਿੰਗ ਲਾਅ ਬਾਈਪਾਸ ਕਰੋਗੇ ਤੇ ਵਿੱਚ ਦੁਬਾਰਾ ਚੱਕੋਗੇ? ਨੰਬਰ 1 ਜੇ ਉਹਦੇ ਮਾਂ-ਬਾਪ, ਫੈਮਿਲੀ, ਭੈਣ ਭਰਾ ਉੱਥੇ ਰਹਿੰਦੇ ਨੇ, ਉਹਨਾਂ ਨੂੰ ਘਰੋਂ ਕੱਢ ਕੇ ਤੇ ਉਹ ਜ਼ਮੀਨ ਵੇਚੋਗੇ, ਠੀਕ ਹੈ? ਫਿਰ ਉਹ ਜ਼ਮੀਨ ਵੇਚ ਕੇ ਫਿਰ ਉਹਨੂੰ ਅੱਧੇ ਪੈਸੇ ਦਿਓਗੇ। ਸੋ ਇਹ ਤੁਹਾਨੂੰ ਲੱਗਦਾ ਕਿ ਕੁਝ ਉਣਤਾਈਆਂ ਨੇ? ਇਹ ਦੇਖੋ, ਇਹ ਪਤਾ ਕੀ ਹੈ, ਸਰਕਾਰ ਨੇ, ਸਾਡੀ ਸਰਕਾਰ ਨੇ ਅੱਜ ਤੱਕ ਵੈਸਟਰਨ ਸੁਸਾਇਟੀ ਨੂੰ ਜਿਹੜੇ ਉਹਨਾਂ ਦੇ ਮਾੜੀਆਂ ਚੀਜ਼ਾਂ ਨੇ ਉਹਨੂੰ ਕਾਪੀ ਕਰਨ ਦਾ ਇੱਕ ਬਣਾ ਲਿਆ ਵੀ ਹਰ ਮਾੜੀ ਚੀਜ਼ ਅਸੀਂ ਕਾਪੀ ਕਰ ਲਈਏ। 1200 ਸਾਲ ਤੱਕ ਸਾਡੇ ਤੇ ਮੁਗਲਾਂ ਨੇ ਰਾਜ ਕੀਤਾ, 300 ਸਾਲ ਤੱਕ ਅੰਗਰੇਜ਼ਾਂ ਨੇ ਰਾਜ ਕੀਤਾ, ਸਾਡੇ ਫੈਮਿਲੀ ਸਿਸਟਮ ਨੂੰ ਤੋੜ ਨਹੀਂ ਪਾਏ। ਇਹ ਪਿਛਲੇ 30 ਸਾਲਾਂ 'ਚ ਦੇਖੋ ਇਹਨਾਂ ਨੇ ਕੀ ਹਾਲਾਤ ਕਰਕੇ ਰੱਖਤੇ ਦੇਸ਼ ਦੇ, ਕਿ ਪੂਰਾ ਫੈਮਿਲੀ ਸਿਸਟਮ ਅੱਜ ਬ੍ਰੇਕੇਜ ਤੇ ਆ ਗਿਆ। ਇਹਦੇ ਰਿਜ਼ਲਟਸ ਕੀ ਹੋਣੇ ਆ? ਮੁੰਡਿਆਂ ਨੇ ਵਿਆਹ ਕਰਨਾ ਹੈ, ਵਿਆਹ ਤੋਂ ਪਹਿਲਾਂ ਕੋਈ ਸੇਵਿੰਗ ਹੀ ਨਹੀਂ ਕਰਨੀ। ਜੇ ਵਿਆਹ ਕਰਨ ਦੇ ਮੂਡ ਬਣਾਣਗੇ ਤੇ ਲਿਵ ਇਨ ਕਪਲ ਤੇ ਜਾਣਗੇ, ਤੇ ਇਹਦੇ ਰਿਜ਼ਲਟਸ ਜਿਹੜੇ ਨੇ ਨਾ ਬੜੇ ਭਿਆਨਕ ਹੈਗੇ ਨੇ ਦੇਸ਼ ਵਾਸਤੇ। ਨਹੀਂ, ਫਿਰ ਇਸ ਗੱਲ ਤੋਂ ਮੈਂ ਇਹ ਮਤਲਬ ਸਮਝਾਂ ਕਿ ਜੇਕਰ ਔਰਤ ਪਤੀ ਪਤਨੀ ਦੇ ਵਿੱਚ ਤਲਾਕ ਹੋ ਜਾਂਦਾ ਹੈ ਤਾਂ ਪਤਨੀ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਪਤੀ ਦੀ ਜੋ ਵੀ ਕਮਾਈ ਹੈ ਜਾਂ ਫਿਰ ਜੋ ਵੀ ਉਹਨਾਂ ਨੇ ਮਿਲ ਵੰਡ ਕੇ ਬਣਾਇਆ ਉਸ ਦੇ ਵਿੱਚ ਕੋਈ ਹਿੱਸੇਦਾਰੀ ਉਸਦੀ ਰਵੇ? ਨਹੀਂ, ਹਿੱਸੇਦਾਰੀ ਉਹਦੀ ਜ਼ਰੂਰ ਚਾਹੀਦੀ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ।
ਪਰ ਹਿੱਸੇਦਾਰੀ ਤੁਸੀਂ ਦੱਸੋ, ਸਾਲ ਦੇ ਵਿੱਚ ਤੁਸੀਂ ਵਿਆਹ ਤੋੜਦਾ ਤੇ ਫਿਰ ਹਿੱਸੇਦਾਰੀ ਕਿੱਥੇ ਖੜੀ ਹੋਗੀ? ਨੰਬਰ 1 ਇਹ ਸਭ ਤੋਂ ਇੰਪੋਰਟੈਂਟ ਮੁੱਦਾ ਹੈ। 2 ਸਾਲ ਤੁਸੀਂ 10 ਸਾਲ 20 ਸਾਲ ਗੁਜ਼ਾਰੇ ਨਾਲ, ਤੁਸੀਂ 50 ਕੀ 70% ਦੇ ਹੱਕਦਾਰ ਹੋ। ਇੱਕ ਇਨਸਾਨ ਜਿਹੜਾ ਆਦਮੀ ਜਿਹੜਾ ਹੈ ਉਹ ਔਰਤ ਵਾਸਤੇ ਤੇ ਬੱਚਿਆਂ ਵਾਸਤੇ ਹੀ ਕਮਾਈ ਕਰਦਾ ਸਾਰੀ ਜ਼ਿੰਦਗੀ, ਪਰ ਤੁਸੀਂ 2 ਸਾਲਾਂ 'ਚ 3 ਸਾਲਾਂ 'ਚ ਇਹਦਾ ਸਕੈਮ ਬਣਨੇ ਸ਼ੁਰੂ ਹੋ ਜਾਣਗੇ। ਤੁਸੀਂ ਹਿੰਦੁਸਤਾਨ ਦੇ ਵਿੱਚ ਕਾਨੂੰਨ ਬੰਦ ਕੀਤਾ ਕਿ ਪ੍ਰੋਸਟੀਟਿਊਸ਼ਨ ਕਾਨੂੰਨ ਨਹੀਂ ਲਾਗੂ ਹੈਗਾ, ਕਿ ਪ੍ਰੋਸਟੀਟਿਊਸ਼ਨ ਹਿੰਦੁਸਤਾਨ 'ਚ ਨਹੀਂ ਹੋ ਰਹੀ, ਇੰਨੇ ਲਾਰਜ ਸਕੇਲ ਤੇ ਹੋ ਰਹੀ ਹੈ ਕਿ ਬੱਚਿਆਂ ਨੂੰ ਇਨਵੋਲਵ ਕੀਤਾ ਹੋਇਆ ਪ੍ਰੋਸਟੀਟਿਊਸ਼ਨ ਤੇ। ਸਾਡੀ ਸਰਕਾਰ ਬੇਸਿਕਲੀ ਜਿਹੜੇ ਵੈਸਟਰਨ ਆਈਡੀਆਜ਼ ਨੇ, ਇਹ ਵੈਸਟਰਨ ਦੇ ਜਿਹੜੇ ਫੇਲ ਆਈਡੀਆਜ਼ ਨੇ ਉਹਨਾਂ ਨੂੰ ਸਾਡੇ ਤੇ ਇੰਪਲੀਮੈਂਟ ਕਰ ਰਹੀ ਹੈ, ਇੰਸਟੈਡ ਕਿ ਉਹਨਾਂ ਦੇ ਜਿਹੜੇ ਚੰਗੇ ਸਿਸਟਮਸ ਨੇ, ਡਿਸਪਲਿਨ ਹੈ, ਅੱਛੇ ਕਾਨੂੰਨ ਸਿਸਟਮ ਨੇ। ਅੱਜ ਕਾਨੂੰਨ ਤੁਸੀਂ ਕੋਰਟ 'ਚ ਚਲੇ ਜਾਓ, ਅਸੀਂ ਥਾਣੇ ਨੂੰ ਕ੍ਰਿਟੀਸਾਈਜ਼ ਕਰਦੇ ਆ, ਕੋਰਟ 'ਚ ਇੱਕ ਵਾਰੀ ਤੁਸੀਂ ਵੜ ਕੇ ਤਾਂ ਦੇਖੋ, ਜੀ ਜੀ ਜੀ, ਤੁਹਾਨੂੰ ਘੱਟ ਤੋਂ ਘੱਟ ਇੱਕ ਫੈਸਲੇ ਨੂੰ 10 ਸਾਲ ਲੱਗ ਜਾਣਗੇ। ਕਾਨੂੰਨੀ ਤੌਰ ਤੇ ਕਿੰਨਾ ਕੁ ਇਹ ਸਟਰੋਂਗ ਹੈ, ਇਸ ਬਾਰੇ ਗੱਲਬਾਤ ਕਰਨ ਦੇ ਲਈ ਕਾਮਨਾ ਵੋਰਾ ਜੀ ਸਾਡੇ ਨਾਲ ਮੌਜੂਦ ਨੇ। ਕਾਮਨਾ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਨਾ, ਦੋਵੇਂ ਤਰ੍ਹਾਂ ਦੀ ਤੁਸੀਂ ਗੱਲਬਾਤ ਸੁਣ ਲਈ ਹੈ। ਇੱਕ ਧਿਰ ਸਾਡੀ ਕਹਿ ਰਹੀ ਹੈ ਕਿ ਉਹ ਹੱਕ ਦੇ ਵਿੱਚ ਨੇ ਕਿ ਔਰਤਾਂ ਨੂੰ ਜੋ ਬਣਦਾ ਹੱਕ ਹੈ ਉਹ ਮਿਲਣਾ ਚਾਹੀਦਾ ਹੈ, ਦੂਜੇ ਪਾਸੇ ਸੋਢੀ ਸਾਹਿਬ ਕਹਿ ਰਹੇ ਨੇ ਕਿ ਬਿਲਕੁਲ ਹੱਕ 'ਚ ਤੁਸੀਂ ਹੋ, ਪਰ ਮਿਸਯੂਜ਼ ਦੇ ਚੈੱਕ ਬੜੇ ਹੋਣੇ ਚਾਹੀਦੇ ਨੇ। ਤਰੀਕਾ ਗਲਤ, ਤੁਹਾਡੇ ਕਹਿਣ ਦਾ ਮਤਲਬ ਤਰੀਕਾ ਗਲਤ ਹੈ ਜੀ। ਕਾਮਨਾ ਜੀ, ਤੁਸੀਂ ਇਸ ਤੇ ਚਾਨਣਾ ਪਾਓ, ਜੋ ਇਹ ਅਮੈਂਡਮੈਂਟ ਕੀਤੀ ਜਾ ਰਹੀ ਹੈ ਪ੍ਰੈਕਟੀਕਲ ਤੌਰ ਤੇ ਇਹ ਕਿੰਨੀ ਕੁ ਸਹੀ ਹੈ? ਦੇਖੋ ਜੀ, ਹਰ ਕਾਨੂੰਨੀ ਤੌਰ ਤੇ 2 ਪਹਿਲੂ ਜ਼ਰੂਰ ਹੁੰਦੇ ਨੇ ਕਿ ਅਗਰ ਇੱਕ ਅਮੈਂਡਮੈਂਟ ਹੁੰਦੀ ਹੈ ਜਾਂ ਇੱਕ ਲਾਅ ਲਾਗੂ ਹੁੰਦਾ ਹੈ ਤੇ ਉਹਦੇ ਯੂਜ਼ ਔਰ ਮਿਸਯੂਜ਼ ਵੀ ਹੁੰਦਾ ਹੈਗਾ। ਮਿਸਯੂਜ਼ ਜ਼ਿਆਦਾ ਹੁੰਦਾ ਜਾ ਰਿਹਾ ਹੈ ਕਿਉਂਕਿ ਮੈਂ ਆਪਣਾ ਕੋਰਟ ਕਚਹਿਰੀਆਂ ਦੇਖ ਰਹੀ ਹਾਂ ਐਜ਼ ਐਨ ਐਡਵੋਕੇਟ, ਮੇਰੇ ਕੋਲ ਕਾਫੀ ਐਸੇ ਕੇਸਿਸ ਆਉਂਦੇ ਨੇ ਜਿਹੜੇ ਜਿੱਥੇ ਮੈਂ ਗਲੇਰਿੰਗ ਐਗਜ਼ਾਮਪਲਸ ਮੇਰੇ ਸਾਹਮਣੇ ਆਏ ਨੇ ਕਿ 498 ਜਿਸ ਤਰ੍ਹਾਂ ਹੈਗਾ, that is harassment for dowry, cruelty, all these things. 498A Indian Penal Code is being more misused than used effectively, because there are many cases which are just totally bundle of lies and just to harass not only the husband but the family of the husband as well. कितने कितने लोग, कितने पुआ, ताई, चाचा, चाची, नाना, नानी, I have seen 90-year-old people coming to the court because they have been made accused. What can they say? But it is more of a misuse। और ये जो amendment हुन आई है divorce laws ਵਿੱਚ, देखो जहाँ तक एलिमनी ਦਾ ਸਵਾਲ ਹੈ, एलिमनी ਤੇ ਪਹਿਲੇ ਵੀ ਮਿਲਦੀ ਸੀ ਔਰ ਹੁਣ ਵੀ ਮਿਲੇਗੀ। ਹੁਣ ਮੈਨੂੰ ਇੱਕ ਗੱਲ ਦੀ, this is beyond my comprehension, ਕਿ ਇਹ ਜਾਇਦਾਦ ਦੇ ਵਿੱਚ ਇੱਕ ਹੱਕ ਦੇ ਦੇਣਾ ਇੱਕ ਔਰਤ ਨੂੰ, ਮਤਲਬ to what extent will it be successful? It is going to be misused totally, it is going to be a misuse provision in law। ਕਿਉਂ ਖਦਸ਼ਾ ਤੁਹਾਨੂੰ ਇਸ ਗੱਲ ਦਾ? ਇਸ ਵਾਸਤੇ ਕਿ ਦੇਖੋ, ਇੱਕ ਸਾਡਾ ਸੈਕਸ਼ਨ ਨੇ ਹਿੰਦੂ ਮੈਰਿਜ ਐਕਟ 13B ਦੇ ਤਹਿਤ ਮਿਊਚੁਅਲ ਕੰਸੈਂਟ ਨਾਲ ਡਾਈਵੋਰਸ ਹੁੰਦਾ ਸਪਾਊਸਸ ਵਿੱਚ। ਉਹ ਕਿਉਂ ਹੁੰਦਾ? ਬਿਕੋਜ਼ ਦੇ ਆਰ ਇਨਕੰਪੈਟੀਬਲ, देयर इज नो that the marriage is beyond any repair, both of them cannot live together, so they have decided to part amicably. Now if they have decided to part amicably, then the terms and conditions are there. For example, if the children are there, then they will decide who will have the custody of the child, and after that who will have the visiting right. Now both are parents, they will not say that I don't want to see my child. At the same time, the provisions, the security, the maintenance for the wife as well as for the child is also assured, and it is taken in charge by the court itself. For example, if the spouses have decided to part amicably without getting any maintenance, but then the courts that time are very apprehensive. They say, why? There has to be something to maintain the child as well as the wife. So there always is alimony if we part amicably. But as far as this provision, and ਤੁਸੀਂ ਇਹ ਦੇਖੋ ਕਿ ਇਹਦੇ ਵਿੱਚ ਵੀ ਉਹਨਾਂ ਨੂੰ ਇਹਨਾਂ ਨੇ ਲਾਅ ਵਿੱਚ ਕੋਰਟ ਨੂੰ ਹੱਕ ਦਿੱਤਾ। ਬਿਲਕੁਲ। ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਵੀ ਆਵਾਂਗੇ ਇਸ ਗਰਮ ਜਿਹੜੀ ਚਰਚਾ ਉਹਦੇ ਵਿੱਚ ਕਾਮਨਾ ਵੋਰਾ ਜੀ ਤੋਂ ਇੱਕ ਇੰਪੋਰਟੈਂਟ ਕੁਝ ਸਵਾਲ ਵੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ।